ਸਤਿ ਸ੍ਰੀ ਅਕਾਲ। ਅੱਜ ਦੇ ਇਸ ਖਾਸ ਐਕਸਪਲੇਨਰ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਅਲਬਰਟਾ ਐਕਸਲਰੇਟਿਡ ਟੈਕ ਪਾਥਵੇ ਬਾਰੇ। ਇਮੀਗ੍ਰੇਸ਼ਨ ਦੇ ਨਿਯਮ ਸੱਚ ਦੱਸਾਂ ਤਾਂ ਕਾਫੀ ਉਲਝਾਉਣ ਵਾਲੇ ਲੱਗ ਸਕਦੇ ਨੇ, ਪਰ ਅੱਜ ਆਪਾਂ ਇਸ ਪਾਥਵੇ ਨੂੰ ਇੱਕ ਬਿਲਕੁਲ ਸਪਸ਼ਟ ਸਟੈਪ ਬਾਈ ਸਟੈਪ ਗਾਈਡਬੁੱਕ ਵਾਂਗ ਡੀਕੋਡ ਕਰਾਂਗੇ ਤਾਂ ਜੋ ਇਸ ਨੂੰ ਸਮਝਣਾ ਸਾਰਿਆਂ ਲਈ ਬਹੁਤ ਆਸਾਨ ਹੋ ਜਾਵੇ। ਬਿਨਾਂ ਦੇਰੀ ਕੀਤਿਆਂ ਆਓ ਸਿੱਧਾ ਸ਼ੁਰੂ ਕਰਦੇ ਹਾਂ। ਅੱਜ ਦਾ ਆਪਣਾ ਰੋਡ ਮੈਪ ਕੁਝ ਇਸ ਤਰ੍ਹਾਂ ਰਹੇਗਾ। ਸਭ ਤੋਂ ਪਹਿਲਾਂ 600 ਪੁਆਇੰਟਸ ਦਾ ਇਨਾਮ, ਫਿਰ ਦੋਹਰੀ ਯੋਗਤਾ, ਨੌਕਰੀ ਦੇ ਮਿਆਰ, ਐਪਲੀਕੇਸ਼ਨ ਦੇ ਸਟੈਪਸ, ਵਰਕ ਪਰਮਿਟ ਰਿਨਿਊਅਲ ਅਤੇ ਅਖੀਰ ਵਿੱਚ ਆਪਾਂ ਉਹਨਾਂ ਖਤਰਿਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਕਾਰਨ ਫਾਈਲ ਰਿਜੈਕਟ ਹੋ ਸਕਦੀ ਹੈ। ਸੋ ਆਪਾਂ ਵਧਦੇ ਹਾਂ ਆਪਣੇ ਪਹਿਲੇ ਸੈਕਸ਼ਨ ਵੱਲ, 600 ਪੁਆਇੰਟਾਂ ਦਾ ਉਹ ਵੱਡਾ ਇਨਾਮ। ਇਹ ਜੋ ਨੰਬਰ 600 ਹੈ ਨਾ, ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਗੇਮ ਚੇਂਜਰ ਹੈ। ਅਸਲ ਵਿੱਚ ਜਦੋਂ ਕਿਸੇ ਉਮੀਦਵਾਰ ਨੂੰ ਇਸ ਪ੍ਰੋਗਰਾਮ ਰਾਹੀਂ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਮਿਲਦੀ ਹੈ ਤਾਂ ਉਹਨਾਂ ਦੇ ਐਕਸਪ੍ਰੈਸ ਐਂਟਰੀ CRS ਸਕੋਰ ਵਿੱਚ ਸਿੱਧਾ 600 ਅੰਕਾਂ ਦਾ ਵੱਡਾ ਵਾਧਾ ਹੋ ਜਾਂਦਾ ਹੈ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਐਕਸਪ੍ਰੈਸ ਐਂਟਰੀ ਰਾਹੀਂ ਪੱਕੇ ਹੋਣ ਦੀ ਯਾਨੀ PR ਦੀ ਇੱਕ ਤਰ੍ਹਾਂ ਨਾਲ ਪੱਕੀ ਗਾਰੰਟੀ ਹੀ ਮਿਲ ਜਾਂਦੀ ਹੈ। ਕਮਾਲ ਦੀ ਗੱਲ ਹੈ ਨਾ? ਪਰ ਹੁਣ ਇੱਥੇ ਇੱਕ ਛੋਟੀ ਜੀ ਸ਼ਰਤ ਵੀ ਹੈ। ਇਸ ਫਾਸਟ ਟਰੈਕ ਮੌਕੇ ਦਾ ਫਾਇਦਾ ਲੈਣ ਲਈ ਉਮੀਦਵਾਰ ਦਾ ਪਹਿਲਾਂ ਤੋਂ ਹੀ ਐਕਸਪ੍ਰੈਸ ਐਂਟਰੀ ਪੂਲ ਵਿੱਚ ਹੋਣਾ ਬਿਲਕੁਲ ਲਾਜ਼ਮੀ ਹੈ। ਅਤੇ ਹਾਂ, ਉਹਨਾਂ ਦਾ ਬੇਸਲਾਈਨ CRS ਸਕੋਰ ਵੀ ਘੱਟੋ-ਘੱਟ 300 ਜ਼ਰੂਰ ਹੋਣਾ ਚਾਹੀਦਾ ਹੈ। ਜੇਕਰ ਇਹ ਬੁਨਿਆਦੀ ਸ਼ਰਤ ਪੂਰੀ ਨਹੀਂ ਹੁੰਦੀ ਤਾਂ ਅਫਸੋਸ, ਗੱਲ ਅੱਗੇ ਨਹੀਂ ਵਧੇਗੀ। ਹੁਣ ਗੱਲ ਕਰਦੇ ਹਾਂ ਸੈਕਸ਼ਨ 2 ਦੀ, ਜੋ ਕਿ ਹੈ ਦੋਹਰੀ ਯੋਗਤਾ ਯਾਨੀ ਕਿ ਡਿਊਅਲ ਐਲੀਜੀਬਿਲਿਟੀ। ਦੇਖੋ, ਇਸੇ ਪੁਆਇੰਟ ਤੇ ਆ ਕੇ ਬਹੁਤ ਸਾਰੇ ਲੋਕ ਅਕਸਰ ਉਲਝ ਜਾਂਦੇ ਨੇ। ਇਸ ਪਾਥਵੇ ਵਿੱਚ ਸਿਰਫ ਕੰਮ ਦਾ ਤਜਰਬਾ ਹੋਣਾ ਹੀ ਕਾਫੀ ਨਹੀਂ ਹੈ, ਸਗੋਂ ਇੱਥੇ ਇੱਕ ਮੈਂਡੇਟਰੀ ਯਾਨੀ ਜ਼ਰੂਰੀ ਦੋਹਰੀ ਸ਼ਰਤ ਲਾਗੂ ਹੁੰਦੀ ਹੈ। ਪਹਿਲੀ ਗੱਲ, ਉਮੀਦਵਾਰ ਦਾ ਆਪਣਾ ਕਿੱਤਾ 78 ਖਾਸ ਟੈਕ NOC ਕੋਡਾਂ ਦੀ ਲਿਸਟ ਵਿੱਚ ਹੋਣਾ ਚਾਹੀਦਾ ਹੈ। ਅਤੇ ਦੂਜੀ ਗੱਲ, ਜੋ ਕਿ ਬਹੁਤ ਹੀ ਅਹਿਮ ਹੈ, ਰੋਜ਼ਗਾਰਦਾਤਾ ਯਾਨੀ ਕੰਪਨੀ ਲਾਜ਼ਮੀ ਤੌਰ ਤੇ ਇੱਕ ਯੋਗ NAICS ਇੰਡਸਟਰੀ ਕੋਡ ਦੇ ਅਧੀਨ ਆਣੀ ਚਾਹੀਦੀ ਹੈ। ਇਹ ਦੋਵੇਂ ਸ਼ਰਤਾਂ ਪੂਰੀਆਂ ਹੋਣੀਆਂ ਬਿਲਕੁਲ ਜ਼ਰੂਰੀ ਨੇ। ਇਸ ਚੀਜ਼ ਨੂੰ ਆਪਾਂ ਇੱਕ ਉਦਾਹਰਣ ਨਾਲ ਸਮਝਦੇ ਹਾਂ। ਮੰਨ ਲਓ ਇੱਕ ਬਹੁਤ ਹੀ ਕਾਬਿਲ ਸੌਫਟਵੇਅਰ ਡਿਵੈਲਪਰ ਹੈ ਜੋ ਕਿਸੇ ਪਬਲਿਕ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਵਿੱਚ ਕੰਮ ਕਰਦਾ ਹੈ। ਉਸ ਦਾ ਆਪਣਾ NOC ਕੋਡ ਤਾਂ ਠੀਕ ਹੈ, ਪਰ ਕੰਪਨੀ ਦਾ NAICS ਕੋਡ 9139 ਹੈ। ਤਾਂ ਨਤੀਜਾ ਕੀ ਹੋਵੇਗਾ? ਉਹ ਇਸ ਪ੍ਰੋਗਰਾਮ ਲਈ ਅਯੋਗ ਹੋ ਜਾਣਗੇ ਕਿਉਂਕਿ ਉਹਨਾਂ ਦੇ ਰੁਜ਼ਗਾਰਦਾਤਾ ਦਾ ਕੋਡ ਐਪਰੂਵਡ ਟੈਕ ਇੰਡਸਟਰੀ ਵਿੱਚ ਨਹੀਂ ਆਉਂਦਾ। ਇਸ ਲਈ ਫਾਈਲ ਲਾਉਣ ਤੋਂ ਪਹਿਲਾਂ ਇਹਨਾਂ ਅਧਿਕਾਰਿਤ ਲਿਸਟਾਂ ਨੂੰ ਚੈੱਕ ਕਰਨਾ ਸ਼ਾਬਦਿਕ ਤੌਰ ਤੇ ਬਹੁਤ ਜ਼ਰੂਰੀ ਹੈ। ਅੱਗੇ ਚੱਲਦੇ ਹਾਂ ਸੈਕਸ਼ਨ 3 ਵੱਲ, ਨੌਕਰੀ ਦੀ ਪੇਸ਼ਕਸ਼ ਯਾਨੀ ਜੌਬ ਆਫਰ ਦੇ ਮਿਆਰ। ਹੁਣ ਸਿਰਫ ਸਹੀ ਕੋਡ ਹੋਣਾ ਹੀ ਕਾਫੀ ਨਹੀਂ ਹੈ। ਜੌਬ ਆਫਰ ਨੂੰ ਸੂਬੇ ਦੇ ਸਖਤ ਨਿਯਮਾਂ ਤੇ ਵੀ ਖਰਾ ਉਤਰਨਾ ਪਵੇਗਾ। ਕੰਮ ਲਗਾਤਾਰ ਬਿਨਾਂ ਕਿਸੇ ਬ੍ਰੇਕ ਦੇ 12 ਮਹੀਨਿਆਂ ਲਈ ਫੁੱਲ ਟਾਈਮ ਹੋਣਾ ਚਾਹੀਦਾ ਹੈ, ਜਿਸ ਦਾ ਮਤਲਬ ਹੈ ਹਫ਼ਤੇ ਦੇ ਘੱਟੋ-ਘੱਟ 30 ਘੰਟੇ। ਤਨਖਾਹ ਅਲਬਰਤਾ ਦੀ ਘੱਟੋ-ਘੱਟ ਉਜਰਤ ਜਾਂ ਫਿਰ ਮਨਜ਼ੂਰਸ਼ੁਦਾ LMIA ਉਜਰਤ ਦੇ ਬਰਾਬਰ ਹੋਣੀ ਲਾਜ਼ਮੀ ਹੈ। ਅਤੇ ਇੱਕ ਗੱਲ ਹੋਰ ਕਲੀਅਰ ਕਰ ਲਈਏ, ਇੱਥੇ ਪਾਰਟ ਟਾਈਮ ਕੈਜੂਅਲ ਕੰਮ ਜਾਂ ਇੰਡੀਪੈਂਡੈਂਟ ਕੰਟਰੈਕਟਰਾਂ ਦੀ ਬਿਲਕੁਲ ਕੋਈ ਜਗ੍ਹਾ ਨਹੀਂ ਹੈ। ਨਿਯਮ ਮਤਲਬ ਨਿਯਮ। ਸੈਕਸ਼ਨ 4 ਐਪਲੀਕੇਸ਼ਨ ਦੇ ਕਦਮ। ਆਓ ਦੇਖਦੇ ਹਾਂ ਕਿ ਇਸ ਪੂਰੀ ਪ੍ਰਕਿਰਿਆ ਦੀ ਟਾਈਮਲਾਈਨ ਅਸਲ ਵਿੱਚ ਕਿਵੇਂ ਕੰਮ ਕਰਦੀ ਹੈ। ਐਪਲੀਕੇਸ਼ਨ ਦਾ ਸਫ਼ਰ ਕੁਝ ਇਸ ਤਰ੍ਹਾਂ ਤੈਅ ਹੁੰਦਾ ਹੈ। ਸਭ ਤੋਂ ਪਹਿਲਾ ਕਦਮ ਹੈ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੂੰ ਐਕਟਿਵ ਬਣਾਉਣਾ। ਉਸ ਤੋਂ ਬਾਅਦ ਉਮੀਦਵਾਰ ਸੂਬੇ ਨੂੰ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਯਾਨੀ EOI ਜਮ੍ਹਾਂ ਕਰਦੇ ਹਨ। ਫਿਰ ਇੰਤਜ਼ਾਰ ਹੁੰਦਾ ਹੈ ਨੋਟੀਫਿਕੇਸ਼ਨ ਆਫ ਇੰਟਰਸਟ ਯਾਨੀ NOI ਮਿਲਣ ਦਾ, ਜਿਸ ਤੋਂ ਬਾਅਦ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਲਈ ਅਪਲਾਈ ਕੀਤਾ ਜਾਂਦਾ ਹੈ ਔਰ ਅਖੀਰਲਾ ਸਟੈਪ ਹੁੰਦਾ ਹੈ ਫੈਡਰਲ ਸਰਕਾਰ ਯਾਨੀ ਕਿ IRCC ਕੋਲ ਸਿੱਧੀ PR ਦੀ ਫਾਈਲ ਲਗਾਉਣਾ। ਇਹ ਸਾਰਾ ਪ੍ਰੋਸੈਸ ਇੱਕ ਤਰ੍ਹਾਂ ਨਾਲ ਕੜੀ ਜੁੜਨ ਵਾਲੀ ਗੱਲ ਹੈ। ਹੁਣ ਜੇਕਰ ਫੀਸਾਂ ਦੀ ਗੱਲ ਕਰੀਏ ਤਾਂ ਇੱਥੇ ਇੱਕ ਬਹੁਤ ਹੀ ਮਹੱਤਵਪੂਰਨ ਅਪਡੇਟ ਹੈ। ਪਹਿਲਾਂ ਅਲਬਰਟਾ ਦੀ ਐਪਲੀਕੇਸ਼ਨ ਫੀਸ $840 ਹੋਇਆ ਕਰਦੀ ਸੀ, ਪਰ ਧਿਆਨ ਦਿਓ ਅਪ੍ਰੈਲ 2026 ਦੇ ਨਵੇਂ ਫੀਸ ਸ਼ੈਡਿਊਲ ਮੁਤਾਬਿਕ ਇਹ ਫੀਸ ਕਾਫੀ ਵੱਧ ਜਾਵੇਗੀ। ਨਵੇਂ ਨਿਯਮਾਂ ਤਹਿਤ ਐਪਲੀਕੇਸ਼ਨ ਫੀਸ ਸਿੱਧੀ $1500 ਹੋਵੇਗੀ ਅਤੇ EOI ਜਮ੍ਹਾਂ ਕਰਨ ਲਈ $135 ਵੱਖਰੇ ਦੇਣੇ ਪੈਣਗੇ। ਇਸ ਤੋਂ ਇਲਾਵਾ ਇੱਕ ਗੱਲ ਹੋਰ ਦਿਮਾਗ ਵਿੱਚ ਰੱਖਣ ਵਾਲੀ ਹੈ ਕਿ EOI ਤੋਂ ਲੈ ਕੇ NOI ਮਿਲਣ ਤੱਕ ਦੀ ਪ੍ਰੋਸੈਸਿੰਗ ਵਿੱਚ ਕਈ ਵਾਰ ਮਹੀਨਿਆਂ ਦਾ ਸਮਾਂ ਵੀ ਲੱਗ ਜਾਂਦਾ ਹੈ, ਇਸ ਲਈ ਸਬਰ ਰੱਖਣਾ ਪੈਂਦਾ ਹੈ। ਹੁਣ ਆਉਂਦੇ ਹਾਂ ਸੈਕਸ਼ਨ 5 ਤੇ ਵਰਕ ਪਰਮਿਟ ਰਿਨਿਊਅਲ ਬਾਰੇ। ਜਦੋਂ ਤੱਕ ਫੈਡਰਲ ਸਰਕਾਰ ਵੱਲੋਂ PR ਦੀ ਫਾਈਲ ਪ੍ਰੋਸੈਸ ਹੋ ਰਹੀ ਹੁੰਦੀ ਹੈ, ਉਸ ਦੌਰਾਨ ਕੈਨੇਡਾ ਵਿੱਚ ਕਾਨੂੰਨੀ ਤੌਰ ਤੇ ਕੰਮ ਕਰਨ ਦਾ ਸਟੇਟਸ ਬਰਕਰਾਰ ਰੱਖਣਾ ਸਭ ਤੋਂ ਵੱਡੀ ਸਿਰਦਰਦੀ ਹੁੰਦਾ ਹੈ। ਪਰ ਫਿਕਰ ਦੀ ਗੱਲ ਨਹੀਂ, ਇਸ ਦੇ 3 ਸਾਫ਼ ਵਿਕਲਪ ਨੇ। ਪਹਿਲਾ, ਰੁਜ਼ਗਾਰਦਾਤਾ ਵੱਲੋਂ ਨਵਾਂ LMIA ਪ੍ਰਾਪਤ ਕਰਨਾ। ਦੂਜਾ ਹੈ BOWP ਯਾਨੀ ਬ੍ਰਿਜਿੰਗ ਓਪਨ ਵਰਕ ਪਰਮਿਟ, ਪਰ ਇਸ ਦੇ ਲਈ IRCC ਤੋਂ ਐਕਨੋਲੇਜਮੈਂਟ ਆਫ ਰਿਸੀਟ AOR ਹੋਣਾ ਬਿਲਕੁਲ ਲਾਜ਼ਮੀ ਹੈ, ਨਹੀਂ ਤਾਂ ਇਹ ਅਪਲਾਈ ਨਹੀਂ ਹੋ ਸਕਦਾ। ਅਤੇ ਤੀਸਰਾ ਵਿਕਲਪ ਹੈ ਇੱਕ ਖਾਸ 204C ਲੈਟਰ ਦੀ ਮੰਗ ਕਰਨਾ।
ਆਪਾਂ ਇਸ 204C ਲੈਟਰ ਆਫ ਸਪੋਰਟ ਨੂੰ ਥੋੜਾ ਹੋਰ ਸਮਝਦੇ ਹਾਂ। ਜੇਕਰ ਨੋਮੀਨੇਸ਼ਨ ਦੇ ਸਮੇਂ ਉਮੀਦਵਾਰ ਦਾ ਵਰਕ ਪਰਮਿਟ ਖਤਮ ਹੋਣ ਵਾਲਾ ਹੈ ਤਾਂ ਇਹ ਲੈਟਰ ਇੱਕ ਸੰਜੀਵਨੀ ਡਿਊਟੀ ਵਾਂਗ ਕੰਮ ਕਰਦਾ ਹੈ। ਇਹ ਸਟੇਟਸ ਰੀਨਿਊਅਲ ਵਿੱਚ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ। ਪਰ ਅਸਲ ਵਿੱਚ ਇੱਕ ਕੈਚ ਹੈ, ਇਹ ਪੱਤਰ ਆਪਣੇ ਆਪ ਘਰ ਚੱਲ ਕੇ ਨਹੀਂ ਆਉਂਦਾ। ਉਮੀਦਵਾਰਾਂ ਨੂੰ AIIP ਪੋਰਟਲ ਤੇ ਜਾ ਕੇ ਖੁਦ ਇਸ ਦੀ ਰਸਮੀ ਬੇਨਤੀ ਕਰਨੀ ਪੈਂਦੀ ਹੈ। ਅਤੇ ਹੁਣ ਆਪਣਾ ਆਖਰੀ ਪਰ ਸਭ ਤੋਂ ਜ਼ਰੂਰੀ ਹਿੱਸਾ, ਸੈਕਸ਼ਨ 6 ਰੱਦ ਹੋਣ ਦੇ ਖਤਰੇ। ਦੇਖੋ, ਸਭ ਕੁਝ ਸਹੀ ਹੋਣ ਦੇ ਬਾਵਜੂਦ ਵੀ ਛੋਟੀਆਂ-ਛੋਟੀਆਂ ਗਲਤੀਆਂ ਬਣਿਆ ਬਣਾਇਆ ਕੰਮ ਵਿਗਾੜ ਸਕਦੀਆਂ ਨੇ। ਸਭ ਤੋਂ ਵੱਡਾ ਖਤਰਾ ਹੈ ਮਿਸ ਰਿਪਰੈਜ਼ੈਂਟੇਸ਼ਨ, ਯਾਨੀ ਗਲਤ ਜਾਣਕਾਰੀ ਦੇਣਾ। ਉਦਾਹਰਣ ਵਜੋਂ, ਪੈਸੇ ਬਚਾਉਣ ਲਈ ਕਿਸੇ ਅਣਅਧਿਕਾਰਿਤ ਵਿਅਕਤੀ ਜਾਂ ਪਰਿਵਾਰਕ ਮੈਂਬਰ ਨੂੰ ਗੋਸਟ ਕੰਸਲਟੈਂਟ ਵਜੋਂ ਵਰਤਣਾ ਸਿੱਧਾ ਰਿਜੈਕਸ਼ਨ ਨੂੰ ਸੱਦਾ ਦੇਣਾ ਹੈ। ਦੂਜੀ ਗੱਲ, ਪ੍ਰਾਇਮਰੀ ਐਕਸਪ੍ਰੈਸ ਐਂਟਰੀ ਦਾ NOC ਕੋਡ ਅਲਬਰਟਾ ਦੀ ਜੌਬ ਆਫਰ ਨਾਲ 100% ਮੈਚ ਕਰਨਾ ਚਾਹੀਦਾ ਹੈ। ਅਤੇ ਹਾਂ, ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦਾ ਘੱਟੋ-ਘੱਟ 5 ਮਹੀਨਿਆਂ ਲਈ ਵੈਧ ਹੋਣਾ ਵੀ ਜ਼ਰੂਰੀ ਹੈ, ਨਹੀਂ ਤਾਂ ਐਪਲੀਕੇਸ਼ਨ ਸਿੱਧੀ ਰੱਦ ਹੋ ਸਕਦੀ ਹੈ। ਇਹ ਸਭ ਦੇਖਣ ਤੋਂ ਬਾਅਦ ਇੱਕ ਬੜਾ ਅਹਿਮ ਸਵਾਲ ਪੈਦਾ ਹੁੰਦਾ ਹੈ ਕਿ ਇਸ ਐਕਸਲਰੇਟਿਡ ਪਾਥਵੇ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ NOC ਅਤੇ NAICS ਕੋਡ ਦੋਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਹੈ, ਕਿਉਂਕਿ ਇੱਕ ਵੀ ਗਲਤ ਡਿਟੇਲ ਪੂਰਾ ਸੁਪਨਾ ਖਰਾਬ ਕਰ ਸਕਦੀ ਹੈ। ਇਹਨਾਂ ਸਾਰੀਆਂ ਬਿਊਰੋਕ੍ਰੈਟਿਕ ਗੁੰਝਲਾਂ ਨੂੰ ਆਸਾਨੀ ਨਾਲ ਤੇ ਸੁਰੱਖਿਅਤ ਢੰਗ ਨਾਲ ਪਾਰ ਕਰਨ ਲਈ ਇਮੀਸਕੋਪ ਤੋਂ RCIC ਗੁਰਮੀਤ ਸ਼ਰਮਾ ਹੋਰਾਂ ਨਾਲ ਸਲਾਹ ਮਸ਼ਵਰਾ ਕਰਨ ਦੀ ਜ਼ੋਰਦਾਰ ਸਿਫਾਰਿਸ਼ ਕੀਤੀ ਜਾਂਦੀ ਹੈ। ਆਖਿਰਕਾਰ ਸਹੀ ਮਾਰਗਦਰਸ਼ਨ ਤੋਂ ਬਿਨਾਂ PR ਵਰਗੇ ਸੁਨਹਿਰੀ ਮੌਕੇ ਨੂੰ ਖਤਰੇ ਵਿੱਚ ਪਾਉਣਾ ਕਿੱਥੋਂ ਦੀ ਸਮਝਦਾਰੀ ਹੈ। ਉਮੀਦ ਹੈ ਅੱਜ ਦੇ ਇਸ ਐਕਸਪਲੇਨਰ ਨੇ ਕਾਫੀ ਕੁਝ ਸਪਸ਼ਟ ਕੀਤਾ ਹੋਵੇਗਾ। ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ।